राम कली बाणी भगतां की। कबीर जियो एक ओंकार सतगुर प्रसाद। जिह मुख वेद गायत्री निकसै सो क्यों ब्राह्मण बिसर करै। जाकै पाए जगत सब लागै सो क्यों पंडित हर ना कहै। काहे मेरे ब्राह्मण हर ना कहै। राम ना बोलहै पांडे दोजख परहै। रहाओ काहे मेरे ब्राह्मण हर ना कहै। राम ना बोलहै पांडे दोजख परहै। रहाओ आपन ऊच नीच घर भोजन हठे कर्म कर उदर भर है। चौदस अमावस रच रच मंग है। कर दीपक लै कूप पर है। तू ब्राह्मण मैं काशिक जुल्हा। मोहे तोहे बराबरी कैसे कै बन है। हमरे राम नाम कह उबरे वेद भरोसे पांडे डूब मर है। तरवर एक अनंत डार शाखा पोहप पत्र रस भरिया। यह अमृत की बाड़ी है रे तिन हर पूरै करिया। जानी जानी रे राजा राम की कहानी। अंतर जोत राम प्रगासा गुरमुख बिरलै जानी। रहाओ पवरेक पोहप रस बीठा बारह ले गुर धरिया। सोरह मदे पवन चकोरिया आकाशे फर फरिया। सहज सुन एक बिरवा उपजिया धरती जल हर सोखिया। कह कबीर होता का सेवक जिन यह बिरवा देखिया। वाहिगुरु जी का खालसा वाहिगुरु जी की फतेह। परम सन्मानयोग दसां पातशाहियां दी आत्मक जोत स्वरूप शब्द गुरु चवर छतर तखत खंडा ब्रह्मंडा दे मालिक निमाणिया दे मां नी ताणिया दे तां नी ओटिया दी ओट
ਸੰਸਾਰ ਦੇ ਕਰਤਾ ਭਰਤਾ ਹਰਤਾ, ਧੰਨ 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 ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਗੁਰਦੁਆਰਾ ਸਾਹਿਬ ਮਿਲ ਵੁੱਡਜ਼ ਐਡਮੰਟਨ ਵਿਖੇ ਦੁਪਹਿਰ ਦੇ ਸਜੇ ਹੋਏ ਦੀਵਾਨ ਅੰਦਰ ਹਾਜ਼ਰੀਆਂ ਭਰ ਰਹੇ ਸਤਸੰਗੀ ਜਨੋ, ਵੱਡੇ ਭਾਗ ਹਨ ਆਪ ਜੀ ਸਾਰਿਆਂ ਦੇ, ਜੋ ਕਿ ਸਤਸੰਗਤ ਦੇ ਵਿੱਚ ਜੁੜ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਖੁਸ਼ੀਆਂ, ਮਨੁੱਖਾ ਜਨਮ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਇਸੇ ਤਰ੍ਹਾਂ ਹੀ ਆਪਣੇ ਦਰ ਦਾ ਨੇਮੀ ਅਤੇ ਪ੍ਰੇਮੀ ਬਣਾਈ ਰੱਖਣ, ਤਾਂ ਕਿ ਇਹ ਹੀਰੇ ਵਰਗਾ ਮਿਲਿਆ ਹੋਇਆ ਅਨਮੋਲ ਮਨੁੱਖਾ ਜਨਮ ਸਫਲ ਹੋ ਸਕੇ। ਦਾਸ ਕੋਲੋਂ ਆਪ ਜੀ ਨੇ ਜਿਸ ਪਵਿੱਤਰ ਸ਼ਬਦ ਦਾ ਪਾਠ ਸ਼ਰਵਣ ਕੀਤਾ ਹੈ, ਭਗਤ ਕਬੀਰ ਜੀ ਦੀ ਪਵਿੱਤਰ ਰਸਨਾ ਦੇ ਰਾਹੀਂ ਉਚਾਰਨ ਕੀਤਾ ਹੋਇਆ ਹੈ। ਰਾਮਕਲੀ ਰਾਗ ਦੇ ਵਿੱਚ ਇਸ ਸ਼ਬਦ ਨੂੰ ਗਾਇਨ ਕਰਨ ਦਾ ਗੁਰੂ ਮਹਾਰਾਜ ਵੱਲੋਂ ਹੁਕਮ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 970 ਉੱਤੇ ਇਹ ਪਾਵਨ ਸ਼ਬਦ ਸੁਭਾਇਮਾਨ ਹੈ। ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਜੋ ਇਸ ਪਾਵਨ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਪਾਠ ਅਤੇ ਲੜੀਵਾਰ ਕਥਾ ਚੱਲ ਰਹੀ ਹੈ, ਉਸ ਲੜੀ ਤਹਿਤ ਇਹ ਅੱਜ ਸ਼ਬਦ ਵਿਚਾਰ ਅਧੀਨ ਹੈ। ਭਗਤ ਕਬੀਰ ਜੀ ਇਸ ਪਾਵਨ ਸ਼ਬਦ ਰਾਹੀਂ ਜੋ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਹਨ, ਇਸ ਉਪਦੇਸ਼ ਦੇ ਨਾਲ ਸਾਂਝ ਬਣਾਉਣ ਦੇ ਲਈ ਮਨ ਬਿਰਤੀਆਂ ਨੂੰ ਇਕਾਗਰ ਕਰੀਏ, ਤਨ ਅਤੇ ਮਨ ਦਾ ਸੰਬੰਧ ਬਣਾ ਕੇ ਸਤ ਸੰਗਤ ਵਿੱਚ ਜੁੜ ਕੇ ਬੈਠੀਏ ਜੀ। ਮਨ ਦੀ ਇਕਾਗਰਤਾ ਨੂੰ ਬਣਾਉਣ ਲਈ ਅਤੇ ਰਸਨਾ ਨੂੰ ਪਵਿੱਤਰ ਕਰਨ ਦੇ ਲਈ ਅੰਮ੍ਰਿਤ ਦੇ ਦਾਤੇ ਸਰਬੰਸ ਦਾਨੀ ਬਾਦਸ਼ਾਹ ਦਰਵੇਸ਼ ਆਪੇ ਗੁਰ ਚੇਲਾ, ਧੰਨ 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 ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰੂ ਫਤਿਹ ਪ੍ਰਵਾਨ ਕਰਨ ਦੀ ਕਿਰਪਾਲਤਾ ਕਰਨੀ ਜੀ। ਬੜੇ ਪਿਆਰ ਸਤਿਕਾਰ ਅਤੇ ਸ਼ਰਧਾ ਸਹਿਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨ ਕਮਲਾਂ ਵਿਖੇ ਆਪਣਾ ਸੀਸ ਝੁਕਾਉਂਦੇ ਹੋਏ ਦੋਨੇ ਹੱਥ ਜੋੜ ਕੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀਓ, ਸ਼ਬਦ ਦਾ ਜੋ ਮੁੱਖ ਉਪਦੇਸ਼ ਸ਼ਬਦ ਦੀ ਰਹਾਉ ਵਾਲੀ ਪੰਕਤੀਆਂ ਦੇ ਵਿੱਚ ਹੈ, ਬਾਕੀ ਪੰਕਤੀਆਂ ਸ਼ਬਦ ਦੀਆਂ ਰਹਾਉ ਵਾਲੀ ਮੁੱਖ ਉਪਦੇਸ਼ ਦੀ ਵਿਆਖਿਆ ਕਰਦੀਆਂ ਹਨ ਤੇ ਰਹਾਉ ਦਾ ਜੋ ਮੁੱਖ ਉਪਦੇਸ਼ ਹੈ, ਆਪਾਂ ਪੰਕਤੀਆਂ ਦੇ ਪਾਠ ਨਾਲ ਜੁੜੀਏ। ਕਾਹੇ ਮੇਰੇ ਬਾਮਨ ਹਰ ਨਾ ਕਹਿ। ਸਾਧ ਸੰਗਤ ਜੀ, ਕਬੀਰ ਸਾਹਿਬ ਜੀ ਦਾ ਜੋ ਪ੍ਰਕਾਸ਼ ਹੈ, ਜਨਮ ਹੈ, ਉਹ ਕਾਸ਼ੀ ਦੇ ਵਿੱਚ ਹੋਇਆ ਹੈ। ਇਸ ਨੂੰ ਬਨਾਰਸ ਵੀ ਆਖਿਆ ਗਿਆ ਹੈ ਤੇ ਇਹ ਕਾਸ਼ੀ ਸ਼ਹਿਰ ਇਹੋ ਜਿਹਾ ਹੈ, ਇਸ ਦੇ ਵਿੱਚ ਹਿੰਦੂ ਧਰਮ ਦੇ ਨਾਲ ਸੰਬੰਧਿਤ ਵਿਦਵਾਨ ਬ੍ਰਾਹਮਣ ਪੰਡਿਤ ਬਹੁਤ ਸਨ ਤੇ ਹਿੰਦੂ ਧਰਮ ਦੇ ਮੁਤਾਬਕ ਜੋ ਜ਼ਾਤ ਪਾਤ ਨੂੰ ਸਵੀਕਾਰ ਕੀਤਾ ਗਿਆ ਹੈ,
ਤੇ ਕਬੀਰ ਜੀ ਬ੍ਰਾਹਮਣ ਦੇ ਮੁਤਾਬਕ ਜੁਲਾਹਾ ਯਾਨੀ ਕਿ ਸ਼ੂਦਰ, ਜਿਸ ਨੂੰ ਅਧਿਕਾਰ ਹੀ ਨਹੀਂ ਕਿ ਉਹ ਰੱਬ ਦਾ ਨਾਮ ਜਪ ਸਕੇ, ਕਬੀਰ ਜੀ ਨੇ ਫਿਰ ਵੀ ਪਰਮੇਸ਼ਰ ਦੀ ਕੀਰਤੀ ਕੀਤੀ, ਕਿਰਤ ਕਰਦੇ ਆ ਤੇ ਭਗਤਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਹੋ ਗਏ। ਗੁਰੂ ਸਾਹਿਬ ਜੀ ਨੇ ਜਦੋਂ ਭਗਤ ਕਬੀਰ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀ ਤਾਂ ਇਹੀ ਲਿਖਿਆ, ਬਾਣੀ ਭਗਤ ਕਬੀਰ ਜੀ ਕੀ, ਵੀ ਕਬੀਰ ਜੀ ਭਗਤ ਹਨ। ਸਾਧ ਸੰਗਤ ਜੀ, ਪਰ ਜੋ ਉੱਥੇ ਦਾ ਬ੍ਰਾਹਮਣ ਹੈ, ਸਾਰਾ ਤਬਕਾ ਉਹਨਾਂ ਦਾ, ਉਹ ਕਬੀਰ ਜੀ ਨੂੰ ਭਗਤੀ ਕਰਨ ਤੋਂ, ਰਾਮ ਦਾ ਸਿਮਰਨ ਕਰਨ ਤੋਂ ਰੋਕਦਾ ਰਿਹਾ। ਪਰ ਕਬੀਰ ਜੀ ਨੇ ਬੜੀ ਦਲੇਰੀ ਦਿਖਾਈ, ਇਕੱਲੇ ਉਹ ਸਾਰੇ, ਪਰ ਕਬੀਰ ਜੀ ਝੁਕੇ ਨਹੀਂ, ਕਿਰਤ ਕਰਦਿਆਂ ਕੀਰਤੀ ਨਾਲ ਜੁੜੇ ਰਹੇ। ਜ਼ਿੰਦਗੀ ਵਿੱਚ ਉਤਰਾਅ ਚੜ੍ਹਾਅ ਵੀ ਆਏ ਕਬੀਰ ਜੀ ਦੇ, ਭਾਵ ਡਰਾਵੇ, ਪਰ ਕਬੀਰ ਜੀ ਡਰੇ ਨਹੀਂ, ਭਗਤੀ ਵਿੱਚ ਮਸਤ ਰਹੇ। ਕਈ ਵਾਰ ਕਬੀਰ ਜੀ ਦੀ ਇਹਦਾ ਬ੍ਰਾਹਮਣਾਂ ਦੇ ਨਾਲ ਵਿਚਾਰ ਚਰਚਾ ਵੀ ਹੋ ਜਾਂਦੀ ਸੀ। ਕਬੀਰ ਜੀ ਕਹਿੰਦੇ ਨੇ, ਮੇਰੇ ਨਾਲ ਵਿਚਾਰ ਕਰ ਲਓ, ਮੈਂ ਕਿਉਂ ਨਹੀਂ ਰੱਬ ਦੀ ਬੰਦਗੀ ਕਰ ਸਕਦਾ, ਤੁਸੀਂ ਕਿਉਂ ਰੋਕਦੇ ਹੋ ਮੈਨੂੰ। ਤੇ ਉਸ ਚਰਚਾ ਦੇ ਵਿੱਚ ਇਹ ਅੱਜ ਵਿਸ਼ਾ ਹੈ, ਇਹ ਸ਼ਬਦ, ਤੇ ਬ੍ਰਾਹਮਣ ਹੈ ਇੱਕ ਜਿਸ ਦੇ ਨਾਲ ਚਰਚਾ ਹੋ ਰਹੀ ਹੈ, ਤੇ ਉਸ ਨੂੰ ਕਬੀਰ ਜੀ ਕਹਿੰਦੇ ਨੇ, ਕਾਹੇ ਮੇਰੇ ਬਾਹਮਣ ਹਰ ਨਾ ਕਹਿ, ਤੂੰ ਕਹਿੰਦਾ ਹੈ ਮੈਂ ਤੇਰਾ ਬ੍ਰਾਹਮਣ ਹਾਂ, ਮੈਂ ਉੱਚੀ ਕੁਲ ਦਾ ਹਾਂ, ਤੇਰੇ ਤੋਂ ਉੱਚਾ ਹਾਂ ਮੈਂ। ਕਬੀਰ ਤੂੰ ਜੁਲਾਹਾ ਹੈ, ਤੂੰ ਨੀਚ ਹੈ। ਤੇ ਕਹਿੰਦੇ, ਮੈਂ ਤੈਨੂੰ ਪੁੱਛਦਾ, ਤੂੰ ਕਿਉਂ ਨਹੀਂ ਹਰੀ ਹਰੀ ਜਪਦਾ, ਕੇਵਲ ਵੇਦ ਹੀ ਪੜ੍ਹਦਾ ਹੈ। ਕਬੀਰ ਸਾਹਿਬ ਜੀ ਕਹਿੰਦੇ ਨੇ, ਨਾ ਤੂੰ ਮੈਨੂੰ ਜਪਣ ਦਿੰਦਾ ਹੈ। ਇੱਕ ਗੱਲ ਖਿਆਲ ਕਰੀ, ਕਬੀਰ ਜੀ ਅਗਲੀ ਪੰਕਤੀ ਵਿੱਚ ਕਹਿੰਦੇ ਨੇ, ਰਾਮ ਨਾ ਬੋਲ ਹੈ ਪਾਂਡੇ ਦੋਜ਼ਖ ਭਰ ਹੈ। ਜਿਹੜਾ ਮਨੁੱਖ ਰਾਮ ਦਾ ਨਾਮ ਨਹੀਂ ਬੋਲਦਾ ਰਸਨਾ ਤੋਂ, ਹੇ ਪਾਂਡੇ, ਉਹ ਦੋਜ਼ਖ ਵਿੱਚ ਜਾਂਦਾ ਹੈ, ਨਰਕ ਵਿੱਚ ਜਾਂਦਾ ਹੈ। ਤੇ ਤੂੰ ਨਾ ਤਾਂ ਆਪ ਜਪਦਾ ਹੈ, ਨਾ ਮੈਨੂੰ ਜਪਣ ਦਿੰਦਾ ਹੈ। ਇਸ ਤਰ੍ਹਾਂ ਤਾਂ ਨਰਕ ਵਿੱਚ ਜਾਵੇਗਾ ਤੂੰ ਵੀ, ਤੇ ਮੈਨੂੰ ਵੀ ਨਰਕ ਵਿੱਚ ਲੈ ਕੇ ਜਾਵੇਗਾ। ਕਬੀਰ ਸਾਹਿਬ ਜੀ ਕਹਿੰਦੇ ਨੇ, ਤਾਂ ਤੇ ਭਾਈ ਤੂੰ ਵੀ ਜਪ ਤੇ ਮੈਨੂੰ ਵੀ ਜਪਣ ਦੇ। ਪਰ ਬ੍ਰਾਹਮਣ ਅੱਗੋਂ ਕਹਿੰਦਾ ਹੈ ਵੀ ਨਹੀਂ, ਮੈਂ ਜਪਾਂ ਭਾਵੇਂ ਨਾ ਜਪਾਂ, ਤੈਨੂੰ ਕੀ, ਪਰ ਤੈਨੂੰ ਨਹੀਂ ਮੈਂ ਜਪਣ ਦੇਣਾ, ਕਿਉਂਕਿ ਤੂੰ ਸ਼ੂਦਰ ਹੈ। ਸਾਡੇ ਸ਼ਾਸਤਰ ਕਹਿੰਦੇ ਨੇ, ਨੀਚ ਵਿਅਕਤੀ ਰੱਬ ਦਾ ਨਾਮ ਨਹੀਂ ਜਪ ਸਕਦਾ। ਇਹ ਹੁਣ ਕਬੀਰ ਸਾਹਿਬ ਜੀ ਅਤੇ ਉਸ ਬ੍ਰਾਹਮਣ ਦੀ ਜਿਹੜੀ ਆਪਸ ਵਿੱਚ ਇਸ ਵਿਸ਼ੇ ਨੂੰ ਲੈ ਕੇ ਜਿਹੜੀ ਵਿਚਾਰ ਹੈ, ਇਹ ਸ਼ਬਦ ਅੰਦਰ ਕਬੀਰ ਜੀ ਨੇ ਬਾਣੀ ਦੇ ਵਿੱਚ ਕਈ ਥਾਵਾਂ ਤੇ ਇਸ ਪੰਡਤ ਦਾ, ਬ੍ਰਾਹਮਣ ਦਾ ਜ਼ਿਕਰ ਕੀਤਾ ਹੈ, ਔਰ ਸਵਾਲ ਉਠਾਏ ਨੇ। ਸਵਾਲਾਂ ਦਾ ਜਵਾਬ ਉਸ ਵੇਲੇ ਦੇ ਵੀ ਬ੍ਰਾਹਮਣ ਪੰਡਤ ਨਹੀਂ ਦੇ ਸਕੇ, ਅੱਜ ਵੀ ਨਹੀਂ ਦੇ ਸਕਦੇ, ਤੇ ਅਗਾਂਹ ਨੂੰ ਵੀ ਕਬੀਰ ਜੀ ਦੇ ਉਠਾਏ ਸਵਾਲਾਂ ਦਾ ਜਵਾਬ ਕੋਈ ਨਹੀਂ ਹੈ। ਕਬੀਰ ਜੀ ਨੇ ਇੱਕ ਗੱਲ ਆਖੀ, ਕਹਿੰਦੇ ਹਨ, ਮੈਂ ਤੈਨੂੰ ਪੁੱਛਦਾ ਹਾਂ, ਜੋ ਤੋਂ ਬ੍ਰਾਹਮਣੀ ਜਾਇਆ। ਜੇ ਤੂੰ ਕਹਿੰਦਾ ਮੈਂ ਬ੍ਰਾਹਮਣ ਹਾਂ, ਮੈਂ ਬ੍ਰਾਹਮਣੀ ਦੀ ਕੁੱਖ ਤੋਂ ਪੈਦਾ ਹੋਇਆ ਹਾਂ, ਇਸ ਕਰਕੇ ਮੈਂ ਬ੍ਰਾਹਮਣ ਹਾਂ, ਤਾਂ ਮੈਂ ਤੈਨੂੰ ਪੁੱਛਦਾ ਹਾਂ, ਤੋ ਆਨ ਬਾਟ ਕਾਹੇ ਨਹੀਂ ਆਇਆ। ਇਹ ਸਵਾਲ ਕਰ ਦਿੱਤਾ। ਜਿਸ ਰਸਤੇ ਰਾਹੀਂ ਸਾਰੇ ਆਉਂਦੇ ਹਨ, ਤੂੰ ਉਸ ਰਸਤੇ ਤੋਂ ਫਿਰ ਕਿਉਂ ਆਇਆ?
ਹੋਰ ਰਸਤਾ ਕਿਉਂ ਨਹੀਂ अपना लिया तू? इसका कोई जवाब नहीं सी ब्राह्मण को। फिर दूजा, तुम कत ब्राह्मण हम कत शूद, हम कत लोहू तुम कत दूध। आ दूजा सवाल किया, तू कदों का ब्राह्मण अपने आप को कहना शुरू कर दिता ते मैनू शूदर कहना शुरू कर दिता? तू ये दस, तेरिया रगां दे विच क्या दुध चलता है? कि मेरी रगां विच नसां विच लहू चलता है ते तेरी रगां विच भी तो लहू चलता है। तुम ये गल हुण मैनू दसो, तुम कत दूध, तुहाडी नसां विच कोई दुध है? वही खून जो मेरी नसां विच वो तेरी नसां विच। फिर तो ब्राह्मण किवें अपना आप नूं आखे? इसका भी कोई जवाब नहीं जो कबीर जी ने सवाल पैदा किया। फिर कबीर जी कहते ने, भाई पंडिया कवन को मत तुम लागी। हे पंडित, तू ये भैड़ी मत धारण की हुई है, कुमत है ये समत नहीं भी तू ना आप जपदा ना मैनू जपण दिंदा, ते कहंदा मैं जप सकदा तू नहीं जप सकदा। एक कुमत है। पंडिया कवन कुमत तुम लागे, बूढ़ो के परिवार सकल स्यों, राम न जपो अभागे। कहते इस तरह तू भव सागर दे विच संसार समुद्र विच हे अभागे डुब जाएगा, क्योंकि राम का नाम तू जपदा नहीं तो परिवार समेत डुबेगा, अपने चेलियां समेत पाओ। क्योंकि ना तू जपदा ना उन्होंने जपण देंदा, तो होर होर कर्म कांडा विच फसिया तो उन्होंने वसाई रखता है। पंडिया कवन कुमत तुम लागे, बुढ़ हो गए परिवार सकल स्यों, राम ना जपो अभागे। पंडित कहता अगों मैं वेद शास्त्र पढ़ता हाँ संस्कृत भाषा विच, पता कितनी औखी है संस्कृत भाषा, तेरे वर्गे नूं तेरे सामने बोलिए समझ भी नहीं आ सकती मैं की बोलिए। उस भाषा में लिखे हुए वेदां नूं शास्त्रां नूं मैं पढ़ता हाँ। पंडित ने अगों ही जवाब दिता। कबीर जी ने फिर आख्या, इसका भी जवाब देंदे आ, कहंदे वेद कतेव पढ़े का क्या गुण, खर चंदन जस भारा। खर कहते ने खोते नूं, जस का अर्थ है जिवें, भारा का अर्थ है भार। कहते वेद अते कतेब पढ़े का की लाभ तैनूं? इदा कहा जा सकता है जिवें खोते के उत्ते चंदन की लकड़ियां का भार लद दिता जाए, और चंदन की लकड़ी बेशुमार कीमती है, पर खोते नूं की पता भी मेरे उत्ते जो भार है ये बेशुमार कीमती लकड़ है, चंदन है। खोते नूं तां भार ही है बस, चाहे मिट्टी लद दो, चाहे चंदन की लकड़ी लद दो, चाहे सोना लद दो, खोते के तां भार है। खोते नूं सोने की कीमत नहीं पता, चंदन की कीमत नहीं पता। कबीर जी कहते हैं ठीक है तू वेद कवितेव शास्त्र पढ़ता है, पर यदा लाभ तेनों कोई नहीं मिलेगा, ये तो लाभ तो कोई ले ही नहीं सकिया, तो जात के अहंकार विच ही फसिया रहा। ये इस तरह तेरा पढ़ना है जिवें खोते उत्ते चंदन की लकड़ियां लद दित्तियां जान। वेद कते पढ़े का क्या गुण, खर चंदन जस भारा, राम नाम की गत नहीं जानी, कैसे उतर सपारा। फिर सवाल कर देता, जो राम परमेश्वर है जिसने सारी सृष्टि बनाई है, कहते उस दी तू सार नहीं जानता, कदर नहीं जानता, ਉਹਨੂੰ जपदा नहीं। मैनू दस फिर पार उतारा तेरा किवें होएगा। ब्राह्मण जात करके नहीं पार उतारा हो सकता, जिहड़ा सिमरन करेगा सिमरन के बलबूते पार उतारा होना है। साध संगत जी हुण कबीर जी इस पंक्ति विच कहंदे ने, तू मैनू कहंदा है मैं तेरा मालक हाँ, मैं उच्चा हाँ तू नीवा हाँ। कहंदा चल मान लिया, पर मैं कहंदा काहे मेरे बम,
हे मेरे ब्राह्मण, क्यों नहीं हरि का नाम जपदा? हर ना कह है हरि हरि क्यों नहीं जपदा?